Hello everyone, my name is Gurpreet Kaur, class B at Sam 1, roll number 1012, subject Education in Contemporary India। ਭਾਰਤ ਦਾ ਸੰਵਿਧਾਨ ਪ੍ਰਸਤਾਵਨਾ, ਮੌਲਿਕ ਅਧਿਕਾਰ ਅਤੇ ਕਰਤੱਵ, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕੀ ਹੁੰਦੇ ਹਨ। ਪ੍ਰਸਤਾਵਨਾ ਉਸ ਦਸਤਾਵੇਜ਼ ਨੂੰ ਕਹਿੰਦੇ ਹਨ ਜੋ ਸੰਵਿਧਾਨ ਦੇ ਆਰੰਭ ਹੋਣ ਤੋਂ ਪਹਿਲਾਂ ਅੰਕਿਤ ਕੀਤੀ ਜਾਂਦੀ ਹੈ, ਕਿਉਂਕਿ ਪ੍ਰਸਤਾਵਨਾ ਨਾਲ ਕਿਸੇ ਵੀ ਸੰਵਿਧਾਨ ਜਾਂ ਕਿਸੇ ਵੀ ਸੰਸਦੀ ਕਾਨੂੰਨ ਨੂੰ ਆਰੰਭ ਕਰਨਾ ਇੱਕ ਪ੍ਰਕਾਰ ਦੀ ਪ੍ਰਥਾ ਹੀ ਬਣ ਗਈ ਹੈ। ਸੰਯੁਕਤ ਰਾਜ ਅਮਰੀਕਾ ਦਾ ਪਹਿਲਾ ਲਿਖਤੀ ਸੰਵਿਧਾਨ ਸੀ ਜਿਸ ਵਿੱਚ ਪ੍ਰਸਤਾਵਨਾ ਅੰਕਿਤ ਕੀਤੀ ਗਈ ਸੀ। ਉਸ ਪਿੱਛੋਂ ਜਦੋਂ ਕਦੀ ਵੀ ਕਿਸੇ ਦੇਸ਼ ਦਾ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਤਾਂ ਸੰਵਿਧਾਨ ਨਿਰਮਾਤਾਵਾਂ ਨੇ ਸੰਵਿਧਾਨ ਦੇ ਸ਼ੁਰੂਆਤੀ ਬੰਦ ਤੋਂ ਪਹਿਲਾਂ ਆਮ ਕਰਕੇ ਇੱਕ ਪ੍ਰਸਤਾਵਨਾ ਅੰਕਿਤ ਕੀਤੀ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ। ਇਸ ਸੰਵਿਧਾਨ ਵਿੱਚ ਇੱਕ ਪ੍ਰਸਤਾਵਨਾ ਅੰਕਿਤ ਕੀਤੀ ਗਈ ਸੀ। 1976 ਤੱਕ ਇਸ ਪ੍ਰਸਤਾਵਨਾ ਵਿੱਚ ਕੋਈ ਪਰਿਵਰਤਨ ਨਹੀਂ ਕੀਤਾ ਗਿਆ। ਨਵੰਬਰ 1976 ਵਿੱਚ ਭਾਰਤੀ ਸੰਸਦ ਨੇ 42ਵੀਂ ਸੰਵਿਧਾਨਿਕ ਸੋਧ ਦੁਆਰਾ ਪਾਸ ਕੀਤੀ, ਜਿਸ ਦੁਆਰਾ ਇਸ ਪ੍ਰਸਤਾਵਨਾ ਵਿੱਚ ਕੁਝ ਮਹੱਤਵਪੂਰਨ ਪਰਿਵਰਤਨ ਕੀਤੇ ਗਏ। ਪ੍ਰਸਤਾਵਨਾ ਦੇ ਮੌਲਿਕ ਰੂਪ ਵਿੱਚ ਸਮਾਜਵਾਦੀ, ਧਰਮ ਨਿਰਪੱਖ ਅਤੇ ਰਾਸ਼ਟਰ ਦੀ ਅਖੰਡਤਾ ਦੇ ਸ਼ਬਦ ਨਹੀਂ ਸਨ। ਇਹ ਸ਼ਬਦ 1976 ਵਿੱਚ 42ਵੀਂ ਸੋਧ ਰਾਹੀਂ ਪ੍ਰਸਤਾਵਨਾ ਵਿੱਚ ਸ਼ਾਮਲ ਕੀਤੇ ਗਏ ਸਨ। ਸੰਵਿਧਾਨ ਦੀ ਪ੍ਰਸਤਾਵਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ। ਭਾਰਤ ਸੰਵਿਧਾਨ ਸ਼ਕਤੀ ਦਾ ਅੰਤਿਮ ਸੋਮਾ ਹੈ। ਭਾਰਤ ਦੇ ਲੋਕ ਭਾਰਤੀ ਸੰਵਿਧਾਨ ਸ਼ਕਤੀ ਦਾ ਅੰਤਿਮ ਸੋਮਾ ਮੰਨਦੇ ਹਨ। ਭਾਰਤ ਸੰਪੂਰਨ ਪ੍ਰਭੂਸੱਤਾ ਸੰਪੰਨ ਰਾਜ ਹੈ। ਭਾਰਤ ਇੱਕ ਸਮਾਜਵਾਦੀ ਰਾਜ ਹੈ। ਭਾਰਤ ਇੱਕ ਧਰਮ ਨਿਰਪੱਖ ਰਾਜ ਹੈ। ਭਾਰਤ ਇੱਕ ਲੋਕਤੰਤਰੀ ਰਾਜ ਹੈ। ਭਾਰਤ ਇੱਕ ਗਣਰਾਜ ਨਿਆਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਸਮਾਜ ਹੈ। ਸੁਤੰਤਰਤਾ ਅਤੇ ਸਮਾਨਤਾ, ਭਰਾਭਾਤੀ ਭਾਵ ਵਿਅਕਤੀਗਤ ਗੌਰਵ ਨੂੰ ਸਥਾਪਿਤ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਸਥਾਪਨਾ ਸੰਬੰਧੀ ਵਿਸ਼ਵਾਸ। ਮੌਲਿਕ ਅਧਿਕਾਰ, ਸਮਾਨਤਾ ਦਾ ਅਧਿਕਾਰ ਅਨੁਛੇਦ 14 ਤੋਂ 18 ਤੱਕ। ਕਾਨੂੰਨ ਦੇ ਸਾਹਮਣੇ ਸਮਾਨਤਾ ਅਨੁਛੇਦ 14। ਵਿਤਕਰੇ ਦੀ ਮਨਾਹੀ ਅਨੁਛੇਦ 15। ਅਵਸਰ ਦੀ ਸਮਾਨਤਾ ਅਨੁਛੇਦ 16। ਛੂਤ-ਛਾਤ ਦੀ ਸਮਾਪਤੀ ਅਨੁਛੇਦ 17। ਕਿਤਾਬਾਂ ਦਾ ਖਾਤਮਾ ਅਨੁਛੇਦ 18। ਸੁਤੰਤਰਤਾ ਦਾ ਅਧਿਕਾਰ ਅਨੁਛੇਦ 19 ਤੋਂ 22। ਸੁਤੰਤਰਤਾਵਾਂ ਅਨੁਛੇਦ 19 ਅਧੀਨ ਨਾਗਰਿਕਤਾ। ਅਪਰਾਧਾਂ ਦੇ ਲਈ ਦੋਸ਼ ਸਿੱਧੀ ਸਬੰਧਤ ਸੁਰੱਖਿਆ ਅਨੁਛੇਦ 20। ਜੀਵਨ ਅਤੇ ਨਿੱਜੀ ਸੁਤੰਤਰਤਾ ਲਈ ਅਨੁਛੇਦ 21। ਕੁਝ ਅਵਸਥਾਵਾਂ ਵਿੱਚ ਗ੍ਰਿਫਤਾਰੀ ਵਿਰੁੱਧ ਸੁਰੱਖਿਆ ਅਨੁਛੇਦ 22। ਸਿੱਖਿਆ ਦੇ ਅਧਿਕਾਰ ਦੀ ਵਿਵਸਥਾ। 18 ਦਸੰਬਰ 2002 ਨੂੰ ਰਾਸ਼ਟਰਪਤੀ ਨੇ 86 ਸੋਧ ਨੂੰ ਪ੍ਰਵਾਨ ਕੀਤਾ, ਜਿਸ ਵਿੱਚ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਦਿੱਤਾ। ਸ਼ੋਸ਼ਣ ਵਿਰੁੱਧ ਅਧਿਕਾਰ ਅਨੁਛੇਦ 23 ਅਤੇ 24। ਧਰਮ ਦੀ ਸੁਤੰਤਰਤਾ ਅਧਿਕਾਰ ਅਨੁਛੇਦ 25 ਅਤੇ 25 ਐਂਡ 28। ਸੱਭਿਆਚਾਰਕ ਅਤੇ ਵਿਦਿਅਕ ਅਨੁਛੇਦ 29 ਅਤੇ 30। ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਅਨੁਛੇਦ 32। ਮੌਲਿਕ ਅਧਿਕਾਰਾਂ ਦੀ ਮਹੱਤਤਾ। ਸੁਤੰਤਰਤਾ ਦਾ ਅਨੁਭਵ, ਨਾਗਰਿਕਤਾ ਦੀ ਸ਼ਖਸੀਅਤ ਦਾ ਵਿਕਾਸ, ਸਰਕਾਰ ਦੀ ਨਿਰੰਕੁਸ਼ਤਾ ਅਤੇ ਬੰਧਨ, ਕਾਨੂੰਨ ਦਾ ਸ਼ਾਸਨ, ਇੱਕ ਸਮਾਨਤਾ, ਧਰਮ ਨਿਰਪੱਖ ਰਾਜ, ਭਾਰਤੀ ਲੋਕਤੰਤਰ ਦਾ ਮੂਲ ਅਧਿਕਾਰ। ਮੌਲਿਕ ਕਰਤੱਵ। ਮੌਲਿਕ ਕਰਤੱਵਾਂ ਦਾ ਅਰਥ ਵਿਅਕਤੀ ਦੀ ਸ਼ਖਸੀਅਤ ਦੇ ਵਿਕਾਸ, ਸਮਾਜ ਭਲਾਈ ਲਈ ਜ਼ਰੂਰੀ ਹੈ। 1976 ਵਿੱਚ ਸੰਵਿਧਾਨ ਦੀ 42ਵੀਂ ਸੋਧ ਦੁਆਰਾ ਭਾਰਤੀ ਸੰਵਿਧਾਨ ਵਿੱਚ ਇੱਕ ਨਵਾਂ ਭਾਗ ਮੌਲਿਕ ਕਰਤੱਵ ਅੰਕਿਤ ਕੀਤਾ ਗਿਆ। ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ। ਆਦਰਸ਼ਾਂ ਦਾ ਸਨਮਾਨ ਅਤੇ ਪਾਲਣਾ ਕਰਨੀ ਚਾਹੀਦੀ ਹੈ। ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਦੇਸ਼ ਦੀ ਰੱਖਿਆ ਅਤੇ ਲੋੜ ਸਮੇਂ ਰਾਸ਼ਟਰ ਦੀ ਸੇਵਾ ਕਰਨੀ ਚਾਹੀਦੀ ਹੈ। ਧਾਰਮਿਕ, ਭਾਸ਼ਾਈ ਮੇਲ ਮਿਲਾਪ, ਸਾਂਝੇ ਭਾਈਚਾਰੇ ਦੀ ਭਾਵਨਾ ਹੋਣੀ ਚਾਹੀਦੀ ਹੈ। ਜਨਤਕ ਸੰਪੱਤੀ ਦੀ ਰੱਖਿਆ ਕਰਨਾ ਚਾਹੀਦਾ ਹੈ ਅਤੇ ਹਿੰਸਾ ਦਾ ਤਿਆਗ ਕਰਨਾ ਚਾਹੀਦਾ ਹੈ। ਨਿਰਦੇਸ਼ਕ ਸਿਧਾਂਤਾਂ ਦਾ ਵਰਗੀਕਰਨ। ਸਧਾਰਨ ਸਿਧਾਂਤ ਹੋਣੇ ਚਾਹੀਦੇ ਹਨ। ਸਮਾਜਵਾਦੀ ਸਿਧਾਂਤ ਹੋਣੇ ਚਾਹੀਦੇ ਹਨ। ਗਾਂਧੀਵਾਦੀ ਸਿਧਾਂਤ ਹੋਣੇ ਚਾਹੀਦੇ ਹਨ ਅਤੇ ਅੰਤਰਰਾਸ਼ਟਰੀਵਾਦੀ ਵੀ ਸਿਧਾਂਤ ਹੋਣੇ ਚਾਹੀਦੇ ਹਨ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਮਹੱਤਤਾ। ਨਿਰਦੇਸ਼ਕ ਸਿਧਾਂਤ ਮੌਲਿਕ ਹਨ। ਸਰਕਾਰ ਲਈ ਅਗਵਾਈ ਦੇ ਉਪਦੇਸ਼ ਹੋਣੇ ਚਾਹੀਦੇ ਹਨ। ਕਲਿਆਣਕਾਰੀ ਰਾਜ ਦਾ ਆਦਰਸ਼ ਹੋਣਾ ਚਾਹੀਦਾ ਹੈ। ਨਿਰਦੇਸ਼ਕ ਸਿਧਾਂਤ ਅਦਾਲਤਾਂ ਲਈ ਹੋਣੇ ਚਾਹੀਦੇ ਹਨ। ਲਾਭਦਾਇਕ ਸਦਾਚਾਰਕ ਆਦਰਸ਼ ਹੋਣਾ ਚਾਹੀਦਾ ਹੈ।
ਸਿਧਾਂਤਾਂ ਦੇ ਵਿਸ਼ੇ ਵਸਤੂ ਵਿੱਚ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ। ਸਰਕਾਰਾਂ ਦੀਆਂ ਪ੍ਰਾਪਤੀਆਂ ਵਿੱਚ ਪਰਖਣ ਦੀ ਕੋਈ ਕਸਵੱਟੀ ਨਹੀਂ ਹੋਣੀ ਚਾਹੀਦੀ। ਨਿਰਦੇਸ਼ਕ ਸਿਧਾਂਤਾਂ ਦੀ ਮਹੱਤਤਾ ਨੂੰ ਮਾਨਤਾ ਮਿਲਣੀ ਚਾਹੀਦੀ ਹੈ।